ਅਮਰੀਕਾ ਦੇ 13 ਸੂਬਿਆਂ ਤੋਂ ਇਕੱਠੇ ਹੋਏ 56 ਨੁਮਾਇੰਦਿਆਂ ਨੇ ਸੰਨ 1776 ਈਸਵੀ ਨੂੰ ਬ੍ਰਿਟੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ। ਕਦੇ ਕਿਸੇ ਸੋਚਿਆ ਕਿ ਉਹਨਾਂ 56 ਦਾ ਕੀ ਬਣਿਆ ਜਿਨ੍ਹਾਂ ਨੇ ਆਜ਼ਾਦੀ ਦਾ ਐਲਾਨ ਕੀਤਾ? ਰੋਸ਼ਨੀਆਂ, ਆਤਿਸ਼ਬਾਜ਼ੀਆਂ, ਪਿਕਨਿਕਾਂ ਅਤੇ ਮਾंस ਭੁੰਨ ਕੇ ਖਾਣ ਦੀਆਂ ਪਾਰਟੀਆਂ ਦੇ ਰੌਲੇ ਵਿੱਚ ਉਹਨਾਂ 56 ਨੂੰ ਕੋਈ ਯਾਦ ਕਰਦਾ ਹੈ? ਉਹਨਾਂ ਨੇ ਦਸਤਕਾਂ ਦੇ ਨਾਲ ਆਪਣੀ ਇੱਜ਼ਤ, ਤਨ ਅਤੇ ਧਨ ਸਭ ਅਰਪਣ ਕਰਨ ਦੀ ਸਹੁੰ ਖਾਧੀ ਤੇ ਨਿਭਾਈ ਵੀ। ਸਹੀ ਪਾਉਣ ਵਾਲੇ ਭਾਵ ਦਸਤਖਤ ਕਰਨ ਵਾਲੇ 5 ਤਾਂ ਬ੍ਰਿਟਿਸ਼ ਨੇ ਝੱਟ ਫੜ ਲਏ। ਉਹਨਾਂ ਨੂੰ ਬਾਗੀ ਕਰਾਰ ਕੀਤਾ ਤੇ ਤਸੀਹੇ ਦੇ ਕੇ ਮਾਰਿਆ। ਉਹਨਾਂ ਨੇ ਦਸਤਕਾਂ ਦੇ ਨਾਲ ਆਪਣੀ ਇੱਜ਼ਤ, ਤਨ ਅਤੇ ਧਨ ਸਭ ਅਰਪਣ ਕਰਨ ਦੀ ਸਹੁੰ ਖਾਧੀ ਤੇ ਨਿਭਾਈ ਵੀ। ਸਹੀ ਪਾਉਣ ਵਾਲੇ ਭਾਵ ਦਸਤਖਤ ਕਰਨ ਵਾਲੇ 5 ਤਾਂ ਬ੍ਰਿਟਿਸ਼ ਨੇ ਝੱਟ ਫੜ ਲਏ। ਉਹਨਾਂ ਨੂੰ ਬਾਗੀ ਕਰਾਰ ਕੀਤਾ ਅਤੇ ਤਸੀਹੇ ਦੇ ਕੇ ਮਾਰਿਆ। 12 ਦੇ ਘਰਾਂ ਉੱਤੇ ਧਾਵਾ ਬੋਲਿਆ ਗਿਆ, ਮਗਰੋਂ ਸਾੜ ਦਿੱਤੇ ਗਏ। 2 ਬੱਚੇ ਇੱਕ ਦੇ ਅਤੇ 2 ਬੱਚੇ ਇੱਕ ਹੋਰ ਦੇ ਇਨਕਲਾਬੀ ਜੰਗ ਵਿੱਚ ਮਾਰੇ ਗਏ। 9 ਇਨਕਲਾਬੀ ਜੰਗ ਵਿੱਚ ਜ਼ਖਮੀ ਹੋ ਕੇ ਜ਼ਖਮਾਂ ਅਤੇ ਹੋਰ ਮੁਸੀਬਤਾਂ ਕਾਰਨ ਮਰੇ। ਉਹ ਬੰਦੇ ਕਿਸ ਤਰ੍ਹਾਂ ਦੇ ਸਨ? ਕੀ ਕਰਦੇ ਆਏ ਸਨ? ਉਹਨਾਂ ਵਿੱਚ 24 ਵਕੀਲ ਜਾਂ ਜੱਜ ਸਨ, 15 ਵਪਾਰੀ ਸਨ, 9 ਵੱਡੀਆਂ ਜ਼ਮੀਨਾਂ ਦੇ ਮਾਲਕ ਸਨ। ਸਭਨਾਂ ਦਾ ਪਿਛੋਕੜ ਰੱਜੇ ਪੁੱਜੇ ਦਾ ਸੀ, ਹੈਸੀਅਤ ਵਾਲੇ ਸਨ, ਖੂਬ ਪੜ੍ਹੇ ਲਿਖੇ ਸਨ। ਜਦੋਂ ਉਹਨਾਂ ਦਸਤਖਤ ਕੀਤੇ ਤਾਂ ਉਹਨਾਂ ਨੂੰ ਭਲੀ ਭਾਂਤ ਸਮਝ ਸੀ ਕਿ ਉਹ ਮੌਤ ਨਾਲ ਖੇਡ ਰਹੇ ਹਨ ਤੇ ਕਾਬੂ ਆਉਣ ਉੱਤੇ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਵਰਜੀਨੀਆ ਦਾ ਕਾਰਟਰ ਬ੍ਰੈਕਸਟਨ ਇੱਕ ਵਪਾਰੀ ਅਤੇ ਵੱਡੀ ਖੇਤੀ ਦਾ ਮਾਲਕ ਸੀ। ਬ੍ਰਿਟਿਸ਼ ਨੇਵੀ ਨੇ ਉਸਦੇ ਜਹਾਜ਼ ਡੋਬ ਦਿੱਤੇ। ਉਸਨੇ ਆਪਣੇ ਕਰਜ਼ੇ ਉਤਾਰਨ ਲਈ ਸਾਰੀ ਜਾਇਦਾਦ ਵੇਚ ਦਿੱਤੀ ਤੇ ਆਪ ਚੀਥੜਿਆਂ ਵਿੱਚ ਮਰਿਆ। ਯਾਰਕਟਾਊਨ ਦੀ ਜੰਗ ਵੇਲੇ ਨੈਲਸਨ ਨੇ ਖਬਰ ਦਿੱਤੀ ਕਿ ਮੇਰੀ ਰਿਹਾਇਸ਼ ਉੱਤੇ ਬ੍ਰਿਟਿਸ਼ ਜਨਰਲ ਨੇ ਮੁੱਖ ਅੱਡਾ ਬਣਾਇਆ ਹੈ। ਜੰਗ ਦੌਰਾਨ ਉਸ ਘਰ ਨੂੰ ਉਡਾ ਦਿੱਤਾ ਗਿਆ। ਨੈਲਸਨ ਦਿਵਾਲੀਆ ਹੋ ਕੇ ਮਰਿਆ। ਫ੍ਰਾਂਸਿਸ ਲੂਇਸ ਦਾ ਘਰ ਤਬਾਹ ਕੀਤਾ ਗਿਆ। ਉਸ ਦੀ ਪਤਨੀ ਕੈਦ ਕੀਤੀ ਗਈ ਜੋ ਕੁਝ ਮਹੀਨਿਆਂ ਪਿੱਛੋਂ ਹੀ ਮਰ ਗਈ। ਆਟਾ ਚੱਕੀ ਦਾ ਮਾਲਕ ਜੌਨ ਹਾਰਟ ਆਪਣੀ ਮੌਤ ਕੰਢੇ ਪਤਨੀ ਦੇ ਕੋਲ ਬੈਠਾ ਸੀ ਜਦੋਂ ਬ੍ਰਿਟਿਸ਼ ਛਾਪਾ ਪਿਆ। ਉਹ ਭੱਜ ਗਿਆ ਤੇ ਉਸਦੇ 13 ਬੱਚੇ ਵੀ ਨਿਕਲ ਗਏ। ਉਸਦੇ ਖੇਤ ਤੇ ਆਟਾ ਮਿਲ ਤਬਾਹ ਕੀਤੇ ਗਏ। ਉਹ ਆਪ 1 ਸਾਲ ਦੇ ਕਰੀਬ ਜੰਗਲਾਂ ਤੇ ਗੁਫਾਵਾਂ ਵਿੱਚ ਛੁਪਦਾ ਰਿਹਾ। ਜਦੋਂ ਵਾਪਸ ਪਰਤਿਆ ਤਾਂ ਜਾਣਿਆ ਕਿ ਸਭ ਖਿੰਡ-ਪੁੰਡ ਗਏ ਸਨ। ਪਤਨੀ ਮਰ ਗਈ ਸੀ। ਅੱਤ ਦੀ ਥਕਾਵਟ ਤੇ ਇਸ ਭਾਰੀ ਸਦਮੇ ਨੂੰ ਸਹਿ ਨਹੀਂ ਸਕਿਆ। ਕੁਝ ਸਾਥੀਆਂ ਵਿੱਚ ਹੀ ਮਰ ਗਿਆ। ਹੋਰ ਵੀ ਕਈਆਂ ਦੀ ਕਿਸਮਤ ਵਿੱਚ ਐਦਾਂ ਦੀ ਹੀ ਮੌਤ ਸੀ। ਅਜਿਹੀਆਂ ਸਨ ਗਾਥਾਵਾਂ ਜਿਨ੍ਹਾਂ ਨੇ ਅਮਰੀਕਨ ਇਨਕਲਾਬ ਲਈ ਕੁਰਬਾਨੀਆਂ ਕੀਤੀਆਂ। ਉਹ ਕੋਈ ਸ਼ੈਤਾਨ ਗੁੰਡੇ ਨਹੀਂ ਸਨ। ਉਹ ਹੈਸੀਅਤਾਂ ਵਾਲੇ ਪੜ੍ਹੇ ਲਿਖੇ ਲੋਕ ਸਨ। ਉਹ ਚਾਹੁੰਦੇ ਤਾਂ ਐਸ਼ ਦੀ ਜ਼ਿੰਦਗੀ ਬਤੀਤ ਕਰ ਲੈਂਦੇ, ਪਰ ਉਹਨਾਂ ਨੇ ਆਜ਼ਾਦੀ ਨੂੰ ਚੁਣ ਲਿਆ ਸੀ। ਆਜ਼ਾਦੀ ਦਾ ਬਿਗਲ ਕਿਉਂ ਵੱਜਿਆ? ਇਹ 13 ਅਮਰੀਕਨ ਰਿਆਸਤਾਂ ਤੇ ਸਭ ਬ੍ਰਿਟੇਨ ਦੇ ਬਾਦਸ਼ਾਹ ਦੀ ਮਲਕੀਅਤ ਸੀ। ਬਸਤੀਆਂ ਅੰਦਰ ਰਾਜ ਤਾਂ ਡੰਡੇ ਦਾ ਹੀ ਹੁੰਦਾ ਹੈ। ਲੋਕ ਜਿੱਥੋਂ ਤੱਕ ਹੋ ਸਕੇ ਔਖੇ ਸੌਖੇ ਟਾਈਮ ਪਾਸ ਕਰ ਲੈਂਦੇ ਤੇ ਰਾਜ ਬਦਲਣ ਦੀ ਕਾਮਨਾ ਨਹੀਂ ਕਰਦੇ। ਪਰ ਜਦੋਂ ਅੱਤ ਹੋ ਜਾਂਦੀ ਤਾਂ ਜਾਣੋ ਰੱਬ ਉਹਨਾਂ ਵਿੱਚ ਸਮਾ ਕੇ ਚਿੜੀਆਂ ਤੋਂ ਬਾਜ ਬਣਾ ਦਿੰਦਾ ਹੈ। ਉਹ ਦੇਖਦੇ ਹਾਂ ਕਿ ਇਹਨਾਂ 56 ਲੋਕਾਂ ਨੇ ਬ੍ਰਿਟਿਸ਼ ਬਾਦਸ਼ਾਹ ਦਾ ਪੋਲ ਕਿਵੇਂ ਖੋਲ੍ਹਿਆ। ਬਾਦਸ਼ਾਹ ਜ਼ਰੂਰੀ ਲੋਕ ਭਲਾਈ ਕਾਨੂੰਨਾਂ ਤੋਂ ਇਨਕਾਰੀ ਹੈ। ਗਵਰਨਰ ਰਿਆਸਤ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦਾ। ਜਨ ਸਮੂਹ ਦੀ ਭਲਾਈ ਦੇ ਕਾਨੂੰਨ ਪਾਸ ਕਰਨ ਤੋਂ ਇਨਕਾਰੀ ਹੈ। ਉਹਨਾਂ ਨੇ ਅਸੈਂਬਲੀਆਂ ਨੂੰ ਬਾਰ-ਬਾਰ ਭੰਗ ਕੀਤਾ ਹੈ। ਉਸਨੇ ਨਿਆਂ ਲਈ ਅਦਾਲਤਾਂ ਖੜੀਆਂ ਕਰਨ ਦੇ ਰਸਤਿਆਂ ਵਿੱਚ ਬੇਅੰਤ ਰੁਕਾਵਟਾਂ ਪਾਈਆਂ ਹਨ। ਉਸਨੇ ਬੇਅੰਤ ਅਜਿਹੇ ਦਫ਼ਤਰ ਤੇ ਮਹਿਕਮੇ ਖੜੇ ਕੀਤੇ ਹਨ ਜਿਨ੍ਹਾਂ ਦਾ ਕੰਮ ਹੀ ਹੈ ਲੋਕਾਂ ਦੀ ਖਿਚਾਈ ਕਰਨਾ ਤੇ ਉਹਨਾਂ ਨੂੰ ਲੁੱਟਣਾ। ਫੌਜਾਂ ਕੋਈ ਵੀ ਜ਼ੁਲਮ ਜਾਂ ਕਤਲ ਕਰਨ ਐਵੇਂ ਨਾਟਕੀ ਕਚਹਿਰੀ ਰਾਹੀਂ ਮਾਫ ਹੋ ਜਾਂਦੀਆਂ ਹਨ। ਦੁਨੀਆ ਦੇ ਨਾਲੋਂ ਸਾਡਾ ਵਪਾਰ ਕੱਟਿਆ ਹੋਇਆ ਹੈ। ਸਾਡੀ ਮਰਜ਼ੀ ਤੋਂ ਬਿਨਾਂ ਸਾਡੇ ਉੱਤੇ ਟੈਕਸ ਠੋਕੇ ਜਾਂਦੇ ਹਨ। ਬੜੇ ਮੁਕੱਦਮਿਆਂ ਵਿੱਚ ਜਿਊਰੀ ਤੋਂ ਬਿਨਾਂ ਹੀ ਫੈਸਲੇ ਲਏ ਜਾਂਦੇ ਹਨ। ਸਾਡੇ ਸਮੁੰਦਰਾਂ ਨੂੰ ਲੁੱਟ ਲਿਆ, ਸ਼ਹਿਰਾਂ ਨੂੰ ਸਾੜ ਦਿੱਤਾ ਹੈ ਤੇ ਸਾਡੀਆਂ ਜ਼ਿੰਦਗੀਆਂ ਉਜਾੜ ਦਿੱਤੀਆਂ ਨੇ। ਉਸਨੇ ਕਿਰਾਏ ਉੱਤੇ ਬਾਹਰਲੀਆਂ ਵੱਡੀਆਂ ਫੌਜਾਂ ਲੈ ਆਂਦੀਆਂ ਹਨ ਤੇ ਜ਼ੁਲਮ, ਮੌਤ ਤੇ ਤਬਾਹੀ ਲੈ ਆਂਦੀ ਹੈ। ਉਸਨੇ ਸਾਡੇ ਘਰੇਲੂ ਫੌਜੀ ਭਰਤੀ ਕਰਕੇ ਸਾਨੂੰ ਭਾਵ ਉਸਦੇ ਭਰਾਵਾਂ ਰਿਸ਼ਤੇਦਾਰਾਂ ਉੱਤੇ ਫੌਜੀ ਕਾਰਵਾਈ ਕਰਨ ਦੇ ਆਰੇ ਲਾ ਦਿੱਤਾ ਹੈ। ਇਸ ਤਰ੍ਹਾਂ ਦੇ ਜ਼ਾਲਮ ਰਾਜੇ ਨੂੰ ਆਜ਼ਾਦ ਲੋਕਾਂ ਉੱਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਅਸਾਂ ਬਾਰ-ਬਾਰ ਚੇਤਾਵਨੀ ਦਿੱਤੀ ਹੈ ਕਿ ਇਨਸਾਫ ਵੱਲ ਧਿਆਨ ਦੇਣ, ਅਮਲ ਕੀਤਾ ਜਾਵੇ, ਪਰ ਕਿਸੇ ਨੇ ਇੱਕ ਨਹੀਂ ਸੁਣੀ। ਆਖਿਰਕਾਰ ਅਮਰੀਕਾ ਦੀਆਂ ਰਿਆਸਤਾਂ ਦੇ ਨੁਮਾਇੰਦਿਆਂ ਨੇ ਇਹ ਸਾਂਝਾ ਫੈਸਲਾ ਲਿਆ ਹੈ ਕਿ ਬਸਤੀਆਂ ਦੇ ਵਸਨੀਕਾਂ ਦੀ ਇੱਛਾ ਅਨੁਸਾਰ ਆਜ਼ਾਦੀ ਦਾ ਹੱਕ ਵਰਤਦੇ ਹੋਏ ਬ੍ਰਿਟਿਸ਼ ਕਰਾਊਨ ਨਾਲੋਂ ਪੂਰੀ ਤਰ੍ਹਾਂ ਰਿਸ਼ਤਾ ਤੋੜਿਆ ਜਾਂਦਾ ਹੈ। ਇਹ ਰਿਸ਼ਤਾ ਤੋੜਨ ਪਿੱਛੋਂ ਅਸੀਂ ਆਜ਼ਾਦ ਦੇਸ਼ ਵਾਂਗ ਜੰਗੀ ਟੈਕਸ ਲਗਾ ਸਕਦੇ ਹਾਂ।
ਹਰ ਉਹ ਹੱਕ ਜੋ ਆਜ਼ਾਦ ਦੇਸ਼ਾਂ ਦੇ ਹੁੰਦੇ ਹਨ ਸਾਡੇ ਵੀ ਹੋਣਗੇ। ਅਸੀਂ ਰੱਬ ਦੇ ਥਾਪੜੇ ਹੇਠ ਆਪਣੇ ਤਨ, ਧਨ ਤੇ ਇੱਜ਼ਤ ਦੀ ਸਹੁੰ ਖਾਂਦੇ ਹਾਂ। 4 ਜੁਲਾਈ ਅਮਰੀਕਾ ਲਈ ਮੁਬਾਰਕਾਂ ਦਾ ਦਿਨ ਹੈ, ਆਜ਼ਾਦੀ ਦਾ। ਇਸ ਦਿਨ ਬ੍ਰਿਟਿਸ਼ ਜ਼ਾਲਮ ਰਾਜ ਤੋਂ ਮੁਕਤੀ ਮਿਲੀ ਸੀ। ਖਾਸ ਕਰ ਕਿਹੜੇ ਜ਼ੁਲਮ ਤੋਂ ਮੁਕਤੀ? ਅੰਗਰੇਜ਼ੀ ਰਾਜ ਵਿੱਚ ਪੁਲਿਸ ਬਿਨਾਂ ਵਾਰੰਟ ਤੋਂ ਕਿਸੇ ਵੀ ਘਰ ਵਿੱਚ ਬਿਨਾਂ ਕਿਸੇ ਕਾਰਨ ਛਾਪਾ ਮਾਰ ਕੇ ਫੋਲਾਫਾਲੀ ਕਰ ਸਕਦੀ ਸੀ। ਇਸ ਸਰਕਾਰੀ ਸਹਿਮਵਾਦ ਖਿਲਾਫ ਨਵੇਂ ਅਮਰੀਕਾ ਦੇ ਵਿਧਾਨ ਅੰਦਰ ਇੱਕ ਗਰੰਟੀ ਦਿੱਤੀ ਗਈ, ਜਿਸ ਨੂੰ ਕਹਿੰਦੇ ਹਨ ਚੌਥੀ ਸੋਧ ਯਾਨੀ ਕਿ ਅਮੈਂਡਮੈਂਟ। ਇਸ ਅਨੁਸਾਰ ਕਿਸੇ ਸਰਕਾਰੀ ਏਜੰਸੀ ਨੂੰ ਬਿਨਾਂ ਕਚਹਿਰੀ ਜਾਂ ਹੁਕਮੋਂ ਕਿਸੇ ਵੀ ਨਿੱਜੀ ਰਿਹਾਇਸ਼ ਅੰਦਰ ਵੜਨ ਤੋਂ ਮਨਾਹੀ ਸੀ। ਅਫਸੋਸ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਅੰਗਰੇਜ਼ਾਂ ਨੂੰ ਜਿੱਤ ਕੇ ਕੀਤੀ ਪ੍ਰਾਪਤੀ ਮਿੱਟੀ ਵਿੱਚ ਮਿਲ ਗਈ ਹੈ। ਹਵਾਈ ਅੱਡਿਆਂ ਉੱਤੇ ਅੱਜ TSA ਸਵਾਰੀਆਂ ਦੇ ਪ੍ਰਾਈਵੇਸੀ ਨਾਲ ਛੇੜਛਾੜ ਕਰਦੀ ਹੈ, ਜਿਸ ਦੇ ਖਿਲਾਫ ਅਮਰੀਕਾ ਅੰਦਰ ਬੇਅੰਤ ਰੋਸ ਹੈ। ਬੇਬਸੀ ਵੀ ਹੈ। ਅੰਗਰੇਜ਼ੀ ਰਾਜ ਵਾਪਸ ਹੈ। ਇੰਡੀਆਨਾ ਸੂਬੇ ਵਿੱਚ ਪੁਲਿਸ ਕਿਸੇ ਵੀ ਸਮੇਂ ਨਿੱਜੀ ਰਿਹਾਇਸ਼ ਅੰਦਰ ਬਿਨਾਂ ਕਿਸੇ ਕਾਰਨ ਘੁਸ ਸਕਦੀ ਹੈ। ਕਚਹਿਰੀਆਂ ਦੇ ਹੁਕਮ ਅਨੁਸਾਰ ਪੁਲਿਸ ਦੇ ਇਸ ਕਾਨੂੰਨ ਵਿਰੋਧੀ ਲਾਂਘੇ ਨੂੰ ਕੋਈ ਵਿਅਕਤੀ ਰੋਕ ਨਹੀਂ ਸਕਦਾ। ਪੁਲਿਸ ਤਸ਼ੱਦਦ ਤਾਂ ਕੁੱਲ ਅਮਰੀਕਾ ਅੰਦਰ ਸਧਾਰਨ ਹੋ ਗਿਆ ਹੈ। ਟੇਜ਼ਰ ਦੇ ਨਾਲ ਬਿਜਲੀ ਸ਼ਾਟ ਮਾਰਨਾ, ਕੁੱਟਣਾ ਤੇ ਬੰਦੀ ਬਣਾਉਣਾ ਮਾਮੂਲੀ ਹੋ ਗਿਆ ਹੈ। ਸਾਰੇ ਪੁਲਿਸੀਏ ਬੁਰੇ ਨਹੀਂ ਹਨ, ਪਰ ਬੁਰਿਆਂ ਦੀ ਗਿਣਤੀ ਵੱਧ ਰਹੀ ਹੈ। ਇੱਕ ਹੋਰ ਕਾਨੂੰਨ ਪਾਸ ਹੋਇਆ ਸੀ, ਜਿਸ ਨੂੰ ਕਹਿੰਦੇ ਹਨ 10ਵੀਂ ਸੋਧ। ਇਸ ਸੋਧ ਵਿੱਚ ਪ੍ਰਾਂਤਕ ਸਰਕਾਰਾਂ ਦੇ ਹੱਕ ਮਿੱਥੇ ਗਏ, ਜਿਨ੍ਹਾਂ ਅਨੁਸਾਰ ਸੈਂਟਰਲ ਸਰਕਾਰ ਨੂੰ ਸਥਾਨਕ ਪ੍ਰਸ਼ਾਸਨ ਤੇ ਮਸਲਿਆਂ ਵਿੱਚ ਉਲਝਣ ਤੋਂ ਰੋਕਿਆ ਗਿਆ। ਅੱਜ ਇਹ ਕਾਨੂੰਨ ਵੀ ਪੁਰਜਾ ਹੋ ਗਿਆ ਹੈ। ਸਭ ਤੋਂ ਵੱਡਾ ਹਮਲਾ ਹੈ TSA ਦਾ ਮੁਸਾਫਰਾਂ ਦੀ ਪ੍ਰਾਈਵੇਸੀ ਦੇ ਉੱਪਰ, ਜੋ ਹਵਾਈ ਅੱਡਿਆਂ ਉੱਤੇ ਖੁੱਚਾਂ ਵਿੱਚ ਹੱਥ ਦੱਬਣ ਤੇ ਵੀ ਪਰਹੇਜ਼ ਨਹੀਂ ਕਰਦੀ। ਮਰਦਾਂ ਨੂੰ ਛੱਡੋ, ਔਰਤਾਂ ਵੀ ਇਸ ਜ਼ਿਆਦਤੀ ਦਾ ਸ਼ਿਕਾਰ ਹਨ। ਮੁਸਾਫਰਾਂ ਲਈ ਦੋ ਰਾਹ ਹਨ, ਭਾਵੇਂ ਐਕਸਰੇ ਮਸ਼ੀਨਾਂ ਦੇ ਅੰਦਰੋਂ ਲੰਘੋ ਜਾਂ ਫਿਰ TSA ਦੇ ਹੱਥ ਹਮਲੇ ਲਈ ਦੂਜੀ ਕਤਾਰ ਵਿੱਚ ਖੜੇ ਹੋ ਜਾਓ। ਤੁਸੀਂ ਸੋਚੋਗੇ ਕਿ ਅਜਿਹੇ ਸਭਨਾਂ ਦੇ ਸਾਹਮਣੇ ਹੁੰਦੇ ਦੁਰਵਿਹਾਰ ਦੇ ਖਿਲਾਫ ਬਾਕੀ ਦੇ ਮੁਸਾਫਿਰ ਰੌਲਾ ਪਾਉਣਗੇ। ਅੱਜ ਅਮਰੀਕਨ ਨਾਗਰਿਕ ਇੰਨਾ ਨਿੱਗਰ ਗਿਆ ਹੈ ਕਿ ਉਹ ਮੂੰਹ ਨਹੀਂ ਖੋਲ੍ਹ ਸਕਦਾ। ਉਸਨੇ ਰੌਲਾ ਪਾਇਆ ਨਹੀਂ ਕਿ ਹੱਥਕੜੀ ਲੱਗੀ ਨਹੀਂ। ਕੁੱਲ ਦੇਸ਼ਾਂ ਅੰਦਰ ਅਮਰੀਕਾ ਦੀ ਪੁਲਿਸ ਗਿਣਤੀ ਸਭ ਤੋਂ ਵੱਧ ਹੈ। ਜਿੱਧਰ ਵੀ ਨਜ਼ਰ ਜਾਂਦੀ ਹੈ, ਤੁਹਾਡੀ ਰੱਖਿਆ ਸੇਵਾ ਲਈ ਪੁਲਿਸ ਖੜੀ ਹੈ। ਅਮਰੀਕੀ ਪੁਲਿਸ ਦੀ ਸੋਚਣੀ ਸਾਡੀ ਆਪਣੀ ਦੇਸੀ ਪੁਲਿਸ ਨਾਲੋਂ ਵੱਖਰੀ ਨਹੀਂ, ਬੇਅੰਤ ਭ੍ਰਿਸ਼ਟ ਤੇ ਜ਼ਾਲਮ ਹੈ। ਇਹ ਗਿਆਨ ਹਰ ਉਸ ਨੂੰ ਆ ਜਾਂਦਾ ਹੈ ਜਿਹੜਾ ਵੀ ਉਹਦੇ ਅੜਿੱਕੇ ਆ ਜਾਵੇ। ਸਭ ਅਖਬਾਰਾਂ ਤੇ TV ਅਮਰੀਕਾ ਨੂੰ ਆਜ਼ਾਦੀ ਦਾ ਝੰਡਾ ਬਰਦਾਰ ਕਹਿੰਦੀਆਂ ਹਨ। ਇਸ ਦੇ ਉਲਟ ਸੋਚਣਾ ਸਾਡੇ ਸਧਾਰਨ ਲੋਕਾਂ ਲਈ ਔਖਾ ਹੈ। ਅਮਰੀਕਨ ਆਜ਼ਾਦੀ ਦੀ ਜੰਗ ਤਾਂ ਬਰਤਾਨਵੀ ਹੁਕਮ ਦੇ ਵਿਰੁੱਧ ਬਗਾਵਤ ਸੀ। ਸ਼ਹਿਰੀਆਂ ਦੇ ਵਿੱਚ ਦੋ ਫਾੜ ਪੈ ਗਈ, ਬ੍ਰਿਟਿਸ਼ ਵਫਾਦਾਰ ਤੇ ਬਾਗੀ ਇਨਕਲਾਬੀ। ਬ੍ਰਿਟੇਨ ਵਾਲੇ ਪਾਸੇ ਗਿਣਤੀ ਕਰੀਬ 3,20,000 ਸੀ, ਜਿਨ੍ਹਾਂ ਵਿੱਚੋਂ ਅੱਧੇ ਨੇਵੀ ਸਮੁੰਦਰੀ ਫੌਜ ਵੱਲੋਂ ਸਨ। ਇਹਨਾਂ ਵਿੱਚ 30,000 ਜਰਮਨ ਕਿਰਾਏ ਵਾਲੇ ਫੌਜੀ ਵੀ ਸ਼ਾਮਿਲ ਸਨ। ਬਾਗੀਆਂ ਦੀ ਗਿਣਤੀ ਰਲਾ ਮਿਲਾ ਕੇ 2 ਲੱਖ ਦੇ ਕਰੀਬ ਸੀ। ਲੜਾਈਆਂ 'ਚ ਅਮਰੀਕਨਾਂ ਵੱਲੋਂ ਕਰੀਬ 50,000 ਮਰੇ ਜਾਂ ਜ਼ਖਮੀ ਹੋਏ। ਬ੍ਰਿਟੇਨ ਵੱਲ ਵੀ ਲਗਭਗ ਇੰਨਾ ਹੀ ਨੁਕਸਾਨ ਹੋਇਆ। ਮਰਿਆਂ ਵਿੱਚੋਂ 7500 ਜਰਮਨ ਭਾੜੇ ਦੇ ਲੜਾਕੂ ਵੀ ਸਨ। ਬ੍ਰਿਟਿਸ਼ ਨੇਵੀ ਵਿੱਚੋਂ 40,000 ਤੋਂ ਵੱਧ ਭਗੌੜੇ ਹੋ ਗਏ। ਇਹ ਜੰਗ 8 ਸਾਲ ਚੱਲਦੀ ਰਹੀ। ਅੰਗਰੇਜ਼ਾਂ ਦੀ ਸਮੁੰਦਰੀ ਰਸਤੇ ਮਦਦ ਆਉਂਦਿਆਂ ਕਰੀਬ 1 ਮਹੀਨਾ ਲੱਗ ਜਾਂਦਾ ਸੀ। ਜੰਗ ਦੇ ਸ਼ੁਰੂ ਵਿੱਚ ਅਮਰੀਕਨਾਂ ਵੱਲ ਨਾ ਕੋਈ ਫੌਜ, ਨਾ ਨੇਵੀ ਤੇ ਨਾ ਹੀ ਕੋਈ ਵਿੱਤੀ ਪ੍ਰਬੰਧ ਸੀ, ਨਾ ਹੀ ਉਹਨਾਂ ਦੇ ਕੋਈ ਅੰਤਰਰਾਸ਼ਟਰੀ ਸਹਾਇਤਾ ਦੇਣ ਵਾਲੇ ਮਿੱਤਰ ਸਨ। ਹੌਲੀ ਹੌਲੀ ਫਰਾਂਸ ਤੇ ਹਾਲੈਂਡ ਉਹਨਾਂ ਵੱਲ ਹੋ ਗਏ ਤੇ ਵਿੱਤੀ ਸਹਾਇਤਾ ਵੀ ਆ ਗਈ। ਉਹਨਾਂ ਦੇ ਟਾਕਰੇ ਉੱਤੇ ਬ੍ਰਿਟੇਨ ਦੀ ਹਰ ਪਾਸੇ ਚੜ੍ਹਤ ਸੀ। ਤਾਰ ਜਾਂ ਟੈਲੀਫੋਨ ਦਾ ਸਿਲਸਿਲਾ ਕੋਈ ਨਹੀਂ ਸੀ। ਸੁਨੇਹੇ ਆਉਂਦੇ 2 ਮਹੀਨੇ ਲੱਗ ਜਾਂਦੇ ਸਨ। ਹੁਕਮ ਪਹੁੰਚਣ ਤੋਂ ਪਹਿਲਾਂ ਹੀ ਜੰਗ ਦੇ ਮੁਹਾਜ਼ ਉੱਤੇ ਹਾਲਾਤ ਬਦਲੇ ਹੁੰਦੇ ਸਨ। ਜਿਉਂ-ਜਿਉਂ ਜੰਗ ਲੰਬੀ ਹੁੰਦੀ ਗਈ, ਸਥਾਨਕ ਅਮਰੀਕਨ ਵਧੀਕ ਤਗੜੇ ਹੁੰਦੇ ਗਏ। ਬ੍ਰਿਟਿਸ਼ ਸ਼ਕਤੀ ਖੁਰਦੀ ਗਈ। ਸਥਾਨਕ ਲੋਕ ਹਮੇਸ਼ਾ ਹਾਵੀ ਹੋ ਜਾਂਦੇ ਹਨ, ਕਿਉਂਕਿ ਉਹ ਤਾਂ ਆਪਣਾ ਟਿਕਾਣਾ ਛੱਡ ਨਹੀਂ ਸਕਦੇ, ਜਦਕਿ ਬਾਹਰਲਿਆਂ ਨੇ ਤਾਂ ਡਿਊਟੀ ਦਾ ਸਮਾਂ ਬਿਤਾਉਣਾ ਹੁੰਦਾ ਹੈ। ਉਹਨਾਂ ਨੂੰ ਆਪਣੇ ਘਰ-ਬਾਰ ਤੇ ਬਾਲ ਬੱਚਿਆਂ ਦੀ ਖਿੱਚ ਹੁੰਦੀ ਹੈ। ਇਰਾਕ, ਅਫਗਾਨਿਸਤਾਨ ਤੇ ਪਾਕਿਸਤਾਨ ਅੰਦਰ ਅੱਜ-ਕੱਲ੍ਹ ਅਮਰੀਕਨ ਤੇ ਨਾਟੋ ਫੌਜੀ ਕੀ ਕਰ ਰਹੇ ਹਨ? ਵੱਧ ਤੋਂ ਵੱਧ ਸ਼ਕਤੀ ਦੀ ਵਰਤੋਂ ਦੇ ਨਾਲ ਦੇਸ਼ਾਂ ਦੀ ਤਬਾਹੀ ਤੇ ਸ਼ਹਿਰੀਆਂ ਦੀ ਮੌਤ। ਫਿਰ ਵੀ ਕਿੰਨੇ ਕੁ ਮੁਕਾ ਲੈਣਗੇ? ਉਹਨਾਂ ਦੇ ਹੁੰਦਿਆਂ ਹੀ ਜੋ ਬੱਚਿਆਂ ਦੀ ਪਨੀਰੀ ਜੰਮੀ ਹੈ, ਉਹ ਪਹਿਲੇ ਦਿਨ ਤੋਂ ਹੀ ਹਮਲਾਵਰਾਂ ਵਿਰੁੱਧ ਨਫ਼ਰਤ ਨਾਲ ਭਰੀ ਹੋਈ ਹੈ। ਜਿਹੜੇ ਰਤਾ ਜਵਾਨ ਹੋਏ ਨੇ, ਉਹਨਾਂ ਨੇ ਬੰਦੂਕਾਂ ਵੀ ਚੁੱਕ ਲਈਆਂ ਹਨ। ਧਾੜਵੀ ਦੇਸ਼ਾਂ ਦੀਆਂ ਫੌਜਾਂ ਨੇ ਆਖਿਰ ਹੱਫ ਜਾਣਾ ਹੈ। ਉਹਨਾਂ ਨੂੰ ਇਹਨਾਂ ਇਲਾਕਿਆਂ ਵਿੱਚੋਂ ਨਿਕਲਣਾ ਹੀ ਪਵੇਗਾ। ਇਹੀ ਹਾਲਾਤ ਅਮਰੀਕਨ ਇਨਕਲਾਬੀ ਜੰਗ ਸਮੇਂ ਸੀ। ਬ੍ਰਿਟੇਨ ਦੀ ਹਾਰ ਨਿਸ਼ਚਿਤ ਸੀ। ਆਖਿਰ 3 ਸਤੰਬਰ 1783 ਨੂੰ ਪੈਰਿਸ ਵਿੱਚ ਸੰਧੀ ਹੋਈ ਤੇ ਜੰਗ ਦਾ ਖਾਤਮਾ ਹੋਇਆ।
ਪਰ ਅਮਰੀਕਾ ਦੇ ਅੰਦਰ ਕਈ ਸਥਾਨਕ ਵਿਰੋਧੀਆਂ ਸ਼ਕਤੀਆਂ ਸਨ ਜਿਨ੍ਹਾਂ ਨੂੰ ਅੰਦਰ ਖਾਤੇ ਬ੍ਰਿਟੇਨ ਵੱਲੋਂ 1812 ਤੱਕ ਫੌਜੀ ਅਤੇ ਹੋਰ ਸਹਾਇਤਾ ਮਿਲਦੀ ਰਹੀ। ਆਜ਼ਾਦੀ ਜੰਗ ਦੇ ਸਮੇਂ ਅਮਰੀਕਨਾਂ ਦੀ ਕੁੱਲ ਆਬਾਦੀ ਕਰੀਬ 23 ਲੱਖ ਸੀ, ਜਿਨ੍ਹਾਂ ਵਿੱਚੋਂ 50,000 ਮਰੇ ਜਾਂ ਜ਼ਖਮੀ ਹੋਏ। ਬ੍ਰਿਟੇਨ ਦੀ ਉਸ ਸਮੇਂ ਆਬਾਦੀ ਸੀ 90 ਲੱਖ ਦੇ ਕਰੀਬ। ਬ੍ਰਿਟੇਨ ਕੋਲ ਗੋਲਾ ਬਾਰੂਦ ਤਾਂ ਚੋਖਾ ਸੀ, ਪਰ ਲੜਾਈ ਤਾਂ ਲਗਭਗ ਹੱਥੋਂ ਹੱਥ ਸੀ। ਬ੍ਰਿਟੇਨ ਦੀ ਹਾਰ ਤਾਂ ਕੁਦਰਤ ਵੱਲੋਂ ਤੈਅ ਸੀ, ਸੋ ਹੋ ਗਈ। ਇਨਕਲਾਬੀ ਅਮਰੀਕਨ ਸੱਚਾਈ ਪਸੰਦ ਸਨ, ਦੁਨੀਆ ਦਾ ਆਦਰ ਅਤੇ ਇਨਸਾਨੀ ਹੱਕਾਂ ਦੀ ਕਦਰ ਕਰਦੇ ਸਨ, ਬਰਾਬਰੀ ਵਿੱਚ ਯਕੀਨ ਰੱਖਦੇ ਸਨ ਤੇ ਕੁਦਰਤ ਦੀ ਰਾਖੀ ਕਰਦੇ ਸਨ। ਉਹ ਜੰਗ ਲਈ ਨਹੀਂ ਸਗੋਂ ਅਮਨ ਵੱਲੋਂ ਲੜਦੇ ਸਨ। ਉਹ ਹੋਰਨਾਂ ਤੋਂ ਡਰਦੇ ਨਹੀਂ ਸਗੋਂ ਆਦਰ ਦੇ ਚਾਹਵਾਨ ਸਨ। ਉਹ ਲੋਕਾਂ ਨੂੰ ਆਪਣੀ ਉਦਾਹਰਨ ਦੇ ਨਾਲ ਰਲਾਉਂਦੇ ਸਨ, ਸੰਗੀਨ ਦੀ ਨੋਕ ਉੱਤੇ ਨਹੀਂ। ਪਰ ਇਹ ਸਭ ਕੁਝ ਢੇਰ ਪੁਰਾਣੇ ਸਮਿਆਂ ਦੀ ਗੱਲ ਹੈ। ਪਿਛਲੀ 1.5 ਸਦੀ ਦੇ ਅੰਦਰ ਅਮਰੀਕਾ ਦਾ ਹੁਲੀਆ ਹੀ ਵਿਗੜ ਗਿਆ ਹੈ। ਅਮਰੀਕਨ ਸਰਕਾਰਾਂ ਕਾਰਪੋਰੇਸ਼ਨਾਂ ਤੇ ਬੈਂਕਰਾਂ ਦੀਆਂ ਰਖੇਲਾਂ ਬਣ ਕੇ ਰਹਿ ਗਈਆਂ ਸਨ। ਉਹਨਾਂ ਦੇ ਹੁਕਮਾਂ ਥੱਲੇ ਅਮਰੀਕਾ ਨੇ ਸੈਂਕੜੇ ਦੇਸ਼ਾਂ ਉੱਤੇ ਸਿੱਧੇ ਹਮਲੇ ਕਰਕੇ ਉਜਾੜੇ ਹਨ। ਅੱਜ ਵੀ ਮਾਰੂ ਹਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਪਾਗਲ ਹਾਥੀ ਵਾਂਗ ਨਾਜ਼ੁਕ ਦੁਨੀਆ ਉੱਤੇ ਤਬਾਹੀ ਮਚਾ ਰੱਖੀ ਹੈ। ਕੋਈ ਵੀ ਦੇਸ਼ ਇਸ ਕਿਸੇ ਸਮੇਂ ਇਨਕਲਾਬੀ ਅਮਰੀਕਾ ਦੇਸ਼ ਦੀ ਮਾਰ ਤੋਂ ਦੂਰ ਨਹੀਂ। ਅਮਰੀਕਨ ਇਨਕਲਾਬੀ ਆਰੰਭ ਤੋਂ ਅੱਜ ਦੀ ਇੱਕ ਖੂੰਖਾਰ ਜੰਗੀ ਮਸ਼ੀਨ ਵਿੱਚ ਤਬਦੀਲੀ ਦਾ ਇਤਿਹਾਸ ਫਰੋਲਣ ਤੇ ਸਮਝਣ ਯੋਗ ਹੈ। ਅੱਜ ਦੀ ਸਿਖਰ ਹੈ ਕੁੱਲ ਦੁਨੀਆ ਨੂੰ ਭੈ ਭੀਤ ਤੇ ਬੰਦੀ ਕਰਨ ਦੇ ਇਰਾਦੇ, ਨਾਲ ਹੀ ਕੁੱਲ ਅਮਰੀਕਨ ਸ਼ਹਿਰੀਆਂ ਦੀ ਸੋਚ ਸ਼ਕਤੀ ਉੱਤੇ ਫੌਜੀ ਜਾਂ ਪੁਲਿਸੀ ਪਹਿਰਾ। ਆਉਂਦੀਆਂ ਸਿਖਰਾਂ ਨਿਰਣਾਇਕ ਹੋਣਗੀਆਂ। ਭੂਗੋਲਿਕ ਨਿੱਜੀ ਬੈਂਕਰਾਂ ਦਾ ਹੱਥ ਠੋਕਾ, ਅਮਰੀਕੀ ਸਾਮਰਾਜੀ ਤੰਦੂਆ ਭੂਗੋਲ ਦੇ ਹਰ ਦੇਸ਼ ਉੱਤੇ ਆਪਣੀ ਖੂਨੀ ਉਂਗਲ ਰੱਖਣ ਦੇ ਯਤਨ ਵਿੱਚ ਹੈ। ਅੱਜ ਦਾ ਭੂਗੋਲਿਕ ਇਨਸਾਨ ਕਾਫੀ ਹੱਦ ਤੱਕ ਜਾਗ ਪਿਆ ਹੈ। ਸਾਮਰਾਜ ਵਿਰੋਧੀ ਚੇਤਨਾ ਇੱਕ ਵਿਅਕਤੀ ਦੀ ਹਿੰਮਤ ਨਾਲ ਖਿੱਲਰ ਰਹੀ ਅਤੇ ਰਫ਼ਤਾਰ ਫੜ ਰਹੀ ਹੈ। ਜਦੋਂ ਖਲਕਤ ਅੰਦਰਲਾ ਰੱਬ ਖੜਾ ਹੋ ਜਾਏ ਤਾਂ ਸਾਮਰਾਜ ਕੀ ਚੀਜ਼ ਹੈ। 1776 ਦਾ ਅਮਰੀਕੀ ਇਨਕਲਾਬ ਅੱਜ ਸਿਰ ਪੰਨੇ ਖੜਾ ਹੈ। ਰੱਬ ਖੈਰ ਕਰੇ। ਤੁਸੀਂ ਸੁਣ ਰਹੇ ਹੋ ਕਿਤਾਬ ਬਦੀ ਦੀ ਜੜ, ਜੋ ਕਿ ਡਾਕਟਰ ਦਿਲਜੀਤ ਸਿੰਘ ਦੁਆਰਾ ਲਿਖੀ ਹੋਈ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਮੋਟੀਵੇਸ਼ਨਲ ਤੇ ਫੇਮਸ ਬੁੱਕਸ ਨੂੰ ਸੁਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।